ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਅਜੀਤ ਵੈਬ ਟੀਵੀ ਤੇ ਮੈਂ ਹਰਜਾਪ ਸਿੰਘ। ਸਰਕਾਰ ਵੱਲੋਂ ਕਿਹਾ ਗਿਆ ਸੀ ਕਿ 1 ਤਰੀਕ ਤੋਂ ਖਰੀਦਦਾਰੀ ਸ਼ੁਰੂ ਹੋ ਜਾਏਗੀ, ਜਿਸ ਨੂੰ ਲੇਟ ਕਰਕੇ ਉਹਨਾਂ ਨੇ 11 ਤਰੀਕ ਕਰ ਦਿੱਤਾ। ਪਰ ਕਿਸਾਨਾਂ ਵੱਲੋਂ ਦਿੱਤੇ ਗਏ ਕੱਲ੍ਹ ਦੇ ਧਰਨੇ ਦਾ ਅਸਰ ਦੇਖਣ ਨੂੰ ਮਿਲਿਆ ਕਿ ਜਿਹੜਾ ਅੱਜ ਤੋਂ ਮੰਡੀਆਂ ਵਿੱਚ ਝੋਨਾ ਆਉਣਾ ਸ਼ੁਰੂ ਹੋ ਗਿਆ ਤਾਂ ਅੱਜ ਤੋਂ ਖਰੀਦਦਾਰੀ ਸ਼ੁਰੂ ਹੋ ਗਈ ਹੈ। ਗੱਲ ਕਰਾਂਗੇ ਮਨਜੀਤ ਸਿੰਘ ਰਾਜ ਨਾਲ, ਜਿਨ੍ਹਾਂ ਨੇ ਲਗਾਤਾਰ ਸੰਘਰਸ਼ ਵਿੱਚ ਹਿੱਸਾ ਲਿੱਤਾ। ਹਾਂਜੀ ਸਰ, ਜਿਹੜਾ ਅੱਜ ਆਮਦ ਸ਼ੁਰੂ ਹੋ ਗਈ ਇਹਨੂੰ ਕਿੱਦਾਂ ਦੇ ਦਿਓ ਤੁਸੀਂ? ਦੇਖੋ, ਇਹ ਤਾਂ ਫਸਲ ਕੱਟ ਕੇ ਤਿਆਰ ਸੀ। ਸਰਕਾਰ ਦੀ ਇਹ ਪਾਲਿਸੀ ਹੋਈ ਗਲਤ ਸੀ ਕਿ 10 ਦਿਨ ਇਹਨੂੰ ਲੇਟ ਕਰਨਾ। ਮੈਂ ਸਮਝਦਾ ਵੀ ਇਹ ਜਿਹੜੀ ਕੇਂਦਰ ਸਰਕਾਰ ਹੈ ਨਾ, ਉਹ ਜੋ ਕੁਛ ਕਰਨਾ ਚਾਹੁੰਦੇ ਨੇ ਇਹ ਉਹਦਾ ਹੀ ਨਤੀਜਾ ਸੀ ਕਿ ਉਹ ਪ੍ਰਾਈਵੇਟ ਘਰਾਣਿਆਂ ਨੂੰ ਚਾਹੁੰਦੇ ਨੇ, ਕਾਰਪੋਰੇਟ ਘਰਾਣਿਆਂ ਨੂੰ ਚਾਹੁੰਦੇ ਨੇ ਅੱਗੇ ਲਿਆਉਣਾ, ਤੇ 10 ਦਿਨ ਉਹਨਾਂ ਦਾ ਟਰਾਇਲ ਉਹ ਦੇਖਣਾ ਚਾਹੁੰਦੇ ਸੀ ਵੀ ਕਿਸਾਨ ਨੂੰ ਫਸਲ ਰੱਖਦਾ ਕਿ ਸਸਤੇ ਭਾਅ 'ਚ ਕਿਸਾਨ ਫਸਲ ਦੇ ਦਿੰਦਾ। ਸੋ ਇਹ ਕਿਸਾਨਾਂ ਨੇ ਅੰਦੋਲਨ ਕੀਤਾ ਤੇ ਅੰਦੋਲਨ ਦੀ ਕੱਲ੍ਹ ਦੇ ਅੰਦੋਲਨ ਦੀ ਜਿੱਤ ਹੋਈ ਹੈ ਕਿ ਅੱਜ ਦੀ ਜਿਹੜੀ ਹੈ ਇਹ ਖਰੀਦ ਜਿਹੜੀ ਸ਼ੁਰੂ ਹੋ ਗਈ ਹੈ। ਆਪਾਂ ਹੁਸ਼ਿਆਰਪੁਰ ਦੀ ਮੰਡੀ ਖੜੇ ਹਾਂ, ਹੁਣ ਆਹ ਵੇਖੋ ਝੋਨੇ ਦੀ ਫਸਲ ਆਈ ਹੋਈ ਹੈ। ਇਹਦਾ ਮਤਲਬ ਕਿਸਾਨ ਤਾਂ ਤਿਆਰ ਬੈਠੇ ਸੀ ਟਰਾਲੀਆਂ 'ਚ ਮਾਲ ਲੋਡ ਕਰਕੇ, ਪਰ ਸਰਕਾਰ ਨੇ ਇਹਨੂੰ ਜਾਣਬੁੱਝ ਕੇ ਲੇਟ ਕੀਤਾ ਸੀ। ਕਿਸਾਨ ਜਿਹੜਾ ਆ ਫਸਲ ਕੱਟ ਕੇ ਹੋਰ ਫਸਲ ਬੀਜਣੀ ਹੁੰਦੀ ਹੈ, ਉਹਦੇ ਕੋਲ ਕਿੱਥੇ ਇੰਨਾ ਸਮਾਂ। ਇਸ ਕਰਕੇ ਸਰਕਾਰ ਦੀ ਇੱਕ ਬਦਲਾ ਲੂ ਭਾਵਨਾ ਸੀ, ਪਰ ਜੇਕਰ ਸਰਕਾਰ ਹੁਣ ਚੁੱਕੀ ਹੈ ਕਿਸਾਨਾਂ ਦੇ ਅੰਦੋਲਨ ਅੱਗੇ ਤਾਂ ਸਮਝਦੇ ਹਾਂ ਕਿਸਾਨਾਂ ਦੇ ਅੰਦੋਲਨ ਦੀ ਜਿੱਤ ਹੋਈ ਹੈ। ਪਰ ਗੱਲ ਜੇ ਮੰਡੀ ਦੇ ਪ੍ਰਬੰਧਾਂ ਦੀ ਕਰੀਏ ਤਾਂ ਸਾਹਮਣੇ ਦੇਖਣ ਨੂੰ ਮਿਲਦਾ, ਨਾ ਤਾਂ ਇੱਥੇ ਸਫਾਈ ਦਾ ਪ੍ਰਬੰਧ ਹੈਗਾ, ਨਾ ਬਾਥਰੂਮ ਦਾ ਹੈਗਾ, ਨਾ ਪਾਣੀ ਪੀਣ ਦਾ। ਕਿਸਾਨ ਆਊਗਾ ਜੇ ਕੋਈ ਚੀਜ਼ ਦੀ ਲੋੜ ਹੋਵੇ ਤਾਂ ਕਿਸ ਨੂੰ ਕਹੂਗਾ ਉਹ? ਇਹ ਦੇਖੋ, ਇਹ ਤਾਂ ਜਿਹੜਾ ਹੁਣ ਬਾਥਰੂਮਾਂ ਦਾ ਪਾਣੀ ਦਾ ਅਰੇਂਜ ਕਰਨਾ ਸਟੇਟ ਗਵਰਨਮੈਂਟ ਨੇ ਕਰਨਾ ਹੈ, ਤੇ ਸਟੇਟ ਗਵਰਨਮੈਂਟ ਨੂੰ ਵੀ ਚਾਹੀਦਾ ਹੈ ਵੀ ਕੇਂਦਰ ਨੂੰ ਤਾਂ ਅਸੀਂ ਬਥੇਰੀਆਂ ਗਾਲਾਂ ਦਿੰਦੇ ਹਾਂ ਵੀ ਤੁਸੀਂ ਭਾਈ ਕੇਂਦਰ ਵਾਲਿਆਂ ਨੇ 10 ਮਹੀਨਿਆਂ ਤੋਂ ਕਿਸਾਨ ਸੜਕਾਂ 'ਤੇ ਬਿਠਾਏ ਆ, 700 ਕਿਸਾਨ ਸ਼ਹੀਦ ਹੋ ਗਿਆ। ਪਰ ਪੰਜਾਬ ਸਰਕਾਰ ਦੀਆਂ ਵੀ ਕੋਈ ਜ਼ਿੰਮੇਵਾਰੀਆਂ ਨੇ। ਪੰਜਾਬ ਸਰਕਾਰ ਨੂੰ ਚਾਹੀਦਾ ਪਾਣੀ ਦਾ, ਬਾਥਰੂਮਾਂ ਦਾ, ਜੋ ਮੰਡੀ ਬੋਰਡ ਨੂੰ ਸਿਸਟਮ ਇੱਥੇ ਲੱਗਣਾ ਚਾਹੀਦਾ ਉਹ ਕਿਤੇ ਨਜ਼ਰ ਨਹੀਂ ਆ ਰਿਹਾ। ਕੇਵਲ ਇਹ ਠੀਕ ਹੈ ਕਿ ਕਿਸਾਨ ਆਪਣੀ ਫਸਲ ਲੈ ਕੇ ਆਇਆ, ਉਹ ਢੇਰੀਆਂ ਤੇ ਬਹਿ ਕੇ ਆਪਣੀ ਫਸਲ ਵੇਚ ਕੇ ਚਲਾ ਜਾਏਗਾ, ਉਹ ਉਵੇਂ ਹੀ ਰੁਲ ਰਿਹਾ ਜਿਵੇਂ ਅੱਗੇ ਰੁਲਦਾ। ਸੋ ਇਹ ਮੈਂ ਸਮਝਦਾ ਕਿ ਇਹ ਨਲਾਇਕੀਆਂ ਨੇ ਸਰਕਾਰਾਂ ਦੀਆਂ, ਚਾਹੇ ਉਹ ਕੇਂਦਰ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ, ਕਿ ਹਾਲੇ ਤੱਕ ਇਹਨਾਂ ਦਾ ਜਿਹੜਾ ਸਿਸਟਮ ਹੈ ਉਹ ਪੂਰਾ ਤਿਆਰ ਨਹੀਂ ਹੈ। ਗੱਲ ਵਾਅਦਿਆਂ ਦੀ ਕਰੀਏ, ਸਰਕਾਰ ਦੀ ਵੱਡੇ ਵਾਅਦੇ ਕਰ ਰਹੀ ਹੈ, ਇੱਥੇ ਵੀ ਕਹਿ ਰਹੀ ਹੈ ਬਾਰਦਾਨੇ ਦੀ ਕਮੀ ਨਹੀਂ ਹੈਗੀ, ਪਰ ਬਾਰਦਾਨਾ ਦਿਖਾਈ ਕਿਤੇ ਨਹੀਂ ਦੇ ਰਿਹਾ। ਪੁੱਛਿਆ ਇੱਥੇ ਬੰਦਿਆਂ ਨੂੰ, ਕਹਿੰਦੇ ਹਜੇ ਤੱਕ ਬਾਰਦਾਨਾ ਨਹੀਂ ਇੱਥੇ ਆਇਆ, ਕਿਉਂਕਿ ਅੱਜ ਤੋਂ ਸ਼ੁਰੂ ਹੋ ਗਈ ਹੈ। ਬਾਰਦਾਨਾ ਨਹੀਂ ਹੋਏਗਾ ਤਾਂ ਚੁਕਾਈ ਕਿੱਦਾਂ ਹੋਏਗੀ? ਉਹੀ ਮੈਂ ਕਹਿ ਰਿਹਾ, ਬੜੀਆਂ ਗੱਲਾਂ ਕਰਦੇ ਨੇ, ਇਹਨਾਂ ਦੀ ਕਹਿਣੀ ਤੇ ਕਰਨੀ 'ਚ ਬੜਾ ਅੰਤਰ ਹੈ। ਇਹ ਕਹਿੰਦੇ ਕੁਛ ਨੇ, ਕਰਦੇ ਕੁਛ ਨੇ। ਇਹ ਕਹੀ ਜਾਂਦੇ ਸੀ, ਪੰਜਾਬ ਸਰਕਾਰ ਕੱਲ ਦੁਹਾਈਆਂ ਪਾ ਰਿਹਾ ਸੀ ਜਦੋਂ ਡਿਬੇਟ 'ਚ ਬੈਠੇ ਸੀ ਕਿ ਸਾਡੀਆਂ ਤਾਂ ਤਿਆਰੀਆਂ ਨੇ। ਕਿੱਥੇ ਤਿਆਰੀ ਹੈ? ਕੋਈ ਇੱਥੇ ਗੱਠਾਂ ਨਹੀਂ ਹਲੇ ਦੀਦੀਆਂ ਆਈਆਂ ਹੋਈਆਂ ਬਾਰਦਾਨੇ ਦੀਆਂ। ਜੇ ਬਾਰਦਾਨੇ ਦੀਆਂ ਗੱਠਾਂ ਨਹੀਂ ਹਲੇ ਤੱਕ ਪਹੁੰਚੀਆਂ ਤੇ ਇਹਦੀ ਭਰਾਈ ਕਿਵੇਂ ਹੋਏਗੀ? ਕਿਸਾਨ ਨੂੰ ਹੁਣ ਸ਼ਾਮ ਤੱਕ ਬਿਠਾ ਛੱਡਣਗੇ, ਫਿਰ ਜਿਹੜੇ ਆੜਤੀਏ ਵੀਰਿਆ ਕੋਈ ਪ੍ਰਾਈਵੇਟ ਬਾਰਦਾਨਾ ਸੱਦ ਕੇ ਭਰਨਗੇ। ਕਹਿਣ ਦਾ ਭਾਵ ਹੈ ਬਿਲਕੁਲ ਤਿਆਰੀ ਜਿਹੜੀ ਉਹ ਨਿੱਲ ਹੈ। ਹਜੇ ਤੱਕ ਕੋਈ ਤਿਆਰੀ ਨਹੀਂ ਸਰਕਾਰ ਦੀ। ਗੱਲਾਂ ਬੜੀਆਂ ਨੇ ਪਰ ਤਿਆਰੀ ਕੋਈ ਨਹੀਂ। ਪਰ ਜੇ ਗੱਲ ਕਰੀਏ ਐਮਐਸਪੀ ਦੀ, ਸਰਕਾਰ ਐਮਐਸਪੀ ਦੇਣ ਨੂੰ ਤਿਆਰ ਨਹੀਂ, ਪਰ ਜਦ ਕਿ ਪੰਜਾਬ ਔਰ ਹਰਿਆਣੇ ਵਿੱਚ ਕਣਕਾਂ ਤੇ ਇਹਦੇ ਝੋਨੇ ਤੇ ਹੈਗੀ ਹੈ, ਇਹਨੂੰ ਕਿੱਦਾਂ ਦੇ ਦਿਓ ਕਿ ਯੂਪੀ ਔਰ ਬਿਹਾਰ ਨੂੰ ਨਹੀਂ ਹੈਗੀ? ਮੈਂ ਦੇਖੋ, ਮੈਂ ਇਹ ਕਹਾਂਗਾ ਵੀ ਹੁਣ ਇਹ ਵੇਖਣ ਦੀ ਗੱਲ ਹੈ। ਹੁਣ ਸਰਕਾਰ ਜਿਹੜੀ ਕੇਂਦਰ ਸਰਕਾਰ ਕਹਿੰਦੀ ਹੈ ਐਮਐਸਪੀ ਥੀ, ਐਮਐਸਪੀ ਹੈ, ਐਮਐਸਪੀ ਰਹੇਗੀ। ਹੁਣ ਯੂਪੀ ਤੇ ਬਿਹਾਰ 'ਚੋਂ ਝੋਨਾ ਖਰੀਦ ਕੇ ਪੰਜਾਬ ਹਰਿਆਣੇ 'ਚ ਆਏਗਾ ਵੱਡੀ ਮਾਤਰਾ 'ਚ। ਤੇ ਕਹਿਣ ਦਾ ਭਾਵ ਉੱਥੇ ਇਹਨਾਂ ਦੀਆਂ ਬੀਜੇਪੀ ਦੀਆਂ ਸਰਕਾਰਾਂ ਫਿਰ ਉੱਥੇ ਐਮਐਸਪੀ ਦੇਣ, ਕਿਉਂ ਕਿਸਾਨਾਂ ਨੂੰ ਖੱਜਲ ਖੁਆਰ ਹੋਣਾ ਪਵੇ, ਕਿਉਂ ਕਿਸਾਨਾਂ ਦੀ ਲੁੱਟ ਹੋਵੇ। ਸੋ ਇਹ ਮੈਂ ਸਮਝਦਾ ਕਿ ਪੰਜਾਬ ਹਰਿਆਣੇ ਦਾ ਮੰਡੀ ਸਿਸਟਮ ਠੀਕ ਹੈ। ਇਹੀ ਅਸੀਂ ਰੌਲਾ ਪਾ ਰਹੇ ਹਾਂ 10 ਮਹੀਨੇ ਤੋਂ ਕਿ ਸਾਡਾ ਇਹ ਮੰਡੀ ਸਿਸਟਮ ਜਿਵੇਂ ਚੱਲਦਾ ਇਹਨੂੰ ਚੱਲਣ ਦਿਓ। ਸਾਨੂੰ ਐਮਐਸਪੀ ਮਿਲ ਰਹੀ ਹੈ ਤੇ ਉਹ ਸੀਜ਼ਨ ਤੇ ਮਿਲਦੀ ਆ, ਪਰ ਮੈਂ ਕਹਾਂਗਾ ਕਿ ਸਾਨੂੰ ਨਿਰੰਤਰ ਮਿਲਣੀ ਚਾਹੀਦੀ ਹੈ। ਜਿਵੇਂ ਕਿ ਕਣਕ ਜਿਹੜੀ ਸੀਜ਼ਨ ਤੇ ਸੀ 1975 ਵਿਕੀ ਹੈ, ਪਰ ਹੁਣ ਜਿਹੜਾ ਕਣਕ ਦਾ ਰੇਟ ਹੈ 1400-1500 ਰੁਪਏ ਰੇਟ ਹੈ, ਇਹ ਨਿਰੰਤਰ ਮਿਲਣੀ ਚਾਹੀਦੀ ਹੈ। ਤੇ ਕ੍ਰਿਮੀਨਲ ਐਕਟ ਬਣਨਾ ਚਾਹੀਦਾ ਹੈ ਤਾਂ ਕਿ ਕੋਈ ਵੀ ਵਪਾਰੀ, ਕੋਈ ਵੀ ਆੜਤੀ ਹੈ ਤੋਂ ਥੱਲੇ ਬੋਲੀ ਨਾ ਦੇ ਸਕੇ ਐਮਐਸਪੀ ਤੋਂ, ਉਹ ਤੋਂ ਉੱਪਰ ਖਰੀਦੇ। ਮੈਂ ਇਹਦੇ ਨਾਲ ਇੱਥੇ ਛੋਟੀ ਜਿਹੀ ਗੱਲ ਜੋੜਾਂਗਾ ਕਿ ਤੁਸੀਂ ਇੱਕ ਚੈੱਕ ਕਰਕੇ ਵੇਖ ਲਿਓ ਕਿ ਬਿਹਾਰ ਤੇ ਯੂਪੀ 'ਚੋਂ 1000-1200 ਨੂੰ ਕਣਕ ਖਰੀਦੀ ਜਾਂਦੀ, ਉੱਥੇ ਵੀ 350 ਦੀ ਥੈਲੀ। ਇੱਥੇ 1975 ਜਦੋਂ ਸੀਜ਼ਨ ਹੁੰਦਾ ਖਰੀਦੀ ਜਾਂਦੀ 350 ਦੀ ਥੈਲੀ। ਅੱਜ ਇੱਥੇ 1400 ਰੁਪਏ ਨੂੰ ਕਣਕ ਵਿਕ ਰਹੀ ਹੈ ਤੇ ਅੱਜ ਵੀ 350 ਦੀ। ਤੇ ਉਹ ਭਾਈ ਵਿਚਲਾ ਗੈਪ ਜਾਂਦਾ ਕਿੱਥੇ ਆ? ਕਿਸਾਨ ਤਾਂ ਇਹੀ ਕਹਿੰਦਾ ਹੈ ਕਿ ਕੰਜ਼ਿਊਮਰ ਨੂੰ ਵੀ ਕੰਟਰੋਲ ਰੇਟ ਮਿਲੇ ਤੇ ਕਿਸਾਨ ਨੂੰ ਵੀ ਉਹਦੀ ਜਿਣਸ ਦਾ ਪੂਰਾ ਮੁੱਲ ਮਿਲੇ। ਤਾਂ ਇਹੀ ਗੱਲ ਦਾ ਸਾਡਾ ਰੌਲਾ, ਇਹੀ ਗੱਲ ਦਾ ਝਗੜਾ 10 ਮਹੀਨੇ ਚੱਲ ਰਿਹਾ ਕਿ ਇੱਥੇ ਕ੍ਰਿਮੀਨਲ ਐਕਟ ਬਣਨਾ ਚਾਹੀਦਾ ਤਾਂ ਕਿ ਕਿਸਾਨ ਦੀ ਜਿਣਸ ਜਿਹੜੀ ਆ ਐਮਐਸਪੀ ਤੋਂ ਥੱਲੇ ਨਾ ਵਿਕੇ। ਕਿਸਾਨਾਂ ਦਾ ਵੀ ਮੰਗ ਹੈ ਕਿ ਜਿਹੜੀ 23 ਫਸਲਾਂ ਸਾਡੀਆਂ 23 ਤੇ ਐਮਐਸਪੀ ਗਰੰਟੀ ਕੀਤੀ ਜਾਵੇ ਤਾਂ ਕਿ ਕਿਸਾਨ ਰੁਲੇ ਨਾ, ਫਾਹੇ ਨਾ ਲਵੇ, ਮਰੇ ਨਾ। ਮਤਲਬ ਆਪਣੇ ਖੇਤਾਂ ਵਿੱਚ ਇੰਨਾ ਕੰਮ ਕਰਨ ਦੇ ਬਾਵਜੂਦ ਵੀ ਉਹਨੂੰ ਐਮਐਸਪੀ ਨਹੀਂ ਮਿਲਦੀ। ਨਹੀਂ, ਇਹ ਗਵਰਨਮੈਂਟ ਨੂੰ ਇਹ 'ਚ ਪ੍ਰੋਬਲਮ ਵੀ ਕੀ ਹੈ? ਅਸੀਂ ਨਹੀਂ ਕਹਿੰਦੇ ਅਸੀਂ ਪਹਿਲਾਂ ਕਹਿੰਦੇ ਸਾਰੀ ਤੁਸੀਂ ਖਰੀਦੋ, ਅਸੀਂ ਕਹਿੰਦੇ ਆ ਤੇ ਕ੍ਰਿਮੀਨਲ ਐਕਟ ਬਣਾ ਦਿਓ। ਤੁਸੀਂ ਐਮਐਸਪੀ ਜਿਹੜੀ ਕਹਿੰਦੇ ਐਮਐਸਪੀ ਥੀ ਹੈ, ਐਮਐਸਪੀ ਹੈ, ਐਮਐਸਪੀ ਰਹੇਗੀ। ਐਮਐਸਪੀ ਦੇ ਉਹਦੀ ਜਿਣਸ ਵਿਕੇ ਵੀ, ਇਸ ਕਰਕੇ 23 ਫਸਲਾਂ ਤੇ ਜੇ ਤੁਸੀਂ ਐਮਐਸਪੀ ਦਿੰਦੇ ਹੋ, ਜੇ ਘੱਟ ਰੇਟ ਤੇ ਉਹਦੀ ਬੋਲੀ ਹੁੰਦੀ ਹੈ, ਜਿਹੜਾ ਬੋਲੀ ਦੇਣ ਵਾਲਾ ਤੇ ਜਿਹੜਾ
ਖਰੀਦਣ ਵਾਲਾ ਵੇਚਣ ਵਾਲਾ ਸਾਡੇ ਹੈਗੇ ਆ, ਉਹਨਾਂ ਤੇ ਸਾਰਿਆਂ ਤੇ ਕ੍ਰਿਮੀਨਲ ਐਕਟ ਦਾ ਪਰਚਾ ਹੋਵੇ, ਕਿਸਾਨ ਨੂੰ ਛੱਡ ਕੇ। ਕਿਉਂਕਿ ਕਿਸਾਨ ਆਪਣੀ ਫਸਲ ਲੈ ਕੇ ਮੰਡੀ ਆਉਂਦਾ, ਫਿਰ ਉਹਦੀ ਉਦੋਂ ਹੀ ਲੁੱਟ ਹੁੰਦੀ ਆ ਜਦੋਂ ਅਸੀਂ ਉਹਦੇ ਤੇ MSP ਲਿਖਤ ਗਰੰਟੀ ਕਾਨੂੰਨ ਨਹੀਂ ਬਣਾਉਂਦੇ। ਇਸੇ ਕਰਕੇ ਅਸੀਂ ਸਾਡੀ ਡਿਮਾਂਡ ਹੈ ਕਿ 23 ਦੀਆਂ 23 ਫਸਲਾਂ ਖਰੀਦ ਹੋਣੀਆਂ ਚਾਹੀਦੀਆਂ। ਬਲਕਿ ਕੇਰਲਾ ਦੇ ਵਿੱਚ ਤਾਂ ਉਹਨਾਂ ਨੇ ਸਬਜ਼ੀਆਂ ਤੇ ਵੀ MSP ਦੇ ਦਿੱਤੀ ਹੈ, ਤੇ ਸਾਡੀ ਸਬਜ਼ੀਆਂ ਤੇ ਵੀ MSP ਚਾਹੀਦੀ ਹੈ। ਕਿਸਾਨ ਦੀ ਲੁੱਟ ਨਾ ਹੋ ਸਕੇ ਔਰ ਕੰਜ਼ਿਊਮਰ ਨੂੰ ਵੀ ਕੰਟਰੋਲ ਰੇਟ ਮਿਲੇ। ਇਹ ਸਨ ਮਨਜੀਤ ਸਿੰਘ ਰਾਏ, ਜਿਨ੍ਹਾਂ ਨੇ ਦੱਸਿਆ ਕਿ ਅੱਜ ਤੋਂ ਜਿਹੜੀ ਖਰੀਦਦਾਰੀ ਸ਼ੁਰੂ ਹੋ ਗਈ। ਤਸਵੀਰਾਂ ਤੁਹਾਨੂੰ ਹੁਸ਼ਿਆਰਪੁਰ ਮੰਡੀ ਦੇ ਦਿਖਾ ਰਹੇ ਹਾਂ ਕਿ ਜਿੱਥੇ ਕਿਸਾਨਾਂ ਵੱਲੋਂ ਆਪਣਾ ਝੋਨਾ ਜੋ ਲਿਆਂਦਾ ਜਾ ਰਿਹਾ ਹੈ, ਹੁਣ ਦੇਖਣਾ ਹੋਵੇਗਾ ਸਰਕਾਰ ਇਸ ਨੂੰ ਕਿੰਨੀ ਦੇਰ 'ਚ ਇੱਥੋਂ ਲੈਂਦੀ ਹੈ ਚੱਕ ਕੇ। ਬਾਰਦਾਨੇ ਦੀ ਇੱਥੇ ਕਮੀ ਪਾਈ ਜਾ ਰਹੀ ਹੈ ਮੰਡੀ ਵਿੱਚ। ਅੱਜ ਆਫੀਸ਼ੀਅਲ ਤੌਰ ਤੇ ਅੱਜ ਇਨੋਗ੍ਰੇਸ਼ਨ ਵੀ ਕਰ ਦਿੱਤੀ ਜਾਵੇਗੀ। ਤਸਵੀਰਾਂ ਤੁਹਾਨੂੰ ਹੁਸ਼ਿਆਰਪੁਰ ਮੰਡੀ ਦੀਆਂ ਦਿਖਾ ਰਹੇ ਹਾਂ, ਜਿੱਥੇ ਕਿ ਕਿਸਾਨਾਂ ਵੱਲੋਂ ਆਪਣੀ ਫਸਲਾਂ ਲਿਆਉਣੀ ਸ਼ੁਰੂ ਕਰ ਦਿੱਤੀ। ਹੁਣ ਦੇਖਣਾ ਹੋਵੇ ਸਰਕਾਰ ਇਸ ਨੂੰ ਕਿਸ ਤਰ੍ਹਾਂ ਲੈਂਦੀ ਹੈ, ਕਿਉਂਕਿ ਕਾਨੂੰਨਾਂ ਦੇ ਚੱਲਦੇ ਆ ਪੂਰੀ ਉਹਨਾਂ ਨੂੰ ਫਸਲ ਦਾ ਕੀਮਤ ਨਹੀਂ ਮਿਲ ਰਹੀ। ਪ੍ਰਬੰਧ ਬਹੁਤ ਅੱਛੇ ਹੈ ਜੀ, ਸਾਰਾ ਸਟਾਫ ਵੀ ਸਾਡੇ ਨਾਲ, DFSC ਮੈਡਮ, ਸਾਰੇ ਆੜਤੀ ਸਾਹਿਬਾਨ ਅੱਜ ਇੱਥੇ ਆਏ ਨੇ। ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਜਿਹੜੀ ਭਾਵੇਂ ਇੱਕ ਦਿਨ ਲੇਟ ਹੋਈ, ਅੱਜ ਜਿਹੜੀ ਖਰੀਦ ਸ਼ੁਰੂ ਹੋ ਗਈ ਹੈ ਔਰ ਮੰਡੀਆਂ 'ਚ ਮਾਲ ਆਉਣਾ ਸ਼ੁਰੂ ਹੋ ਗਿਆ ਸੀ। ਔਰ ਮੈਂ ਇਸ ਗੱਲ ਦੇ ਲਈ ਸੈਂਟਰ ਗਵਰਨਮੈਂਟ ਦਾ, ਮੋਦੀ ਸਾਹਿਬ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਜਦ ਸਾਡੇ CM ਸਾਹਿਬ ਨੇ ਜਾ ਕੇ ਰਿਕੁਐਸਟ ਕੀਤੀ ਤਾਂ ਉਹਨਾਂ ਨੇ ਉਸ ਚੀਜ਼ ਨੂੰ ਮੰਨਿਆ, ਜਿਹੜੀ ਅੱਜ ਜਿਹੜੀ ਪਰਚੇਜ਼ ਸ਼ੁਰੂ ਹੋ ਸਕੀ ਹੈ। तो मैं उम्मीद करदा कि जिद्दां पिछले साल 2,16,291 कुंटल माल आया सी, इस बार 2,25,000 की उम्मीद करते हैं। और बड़े अच्छे प्रबंध है, बड़ा साफ़ सफाई वाला माल है, कोई इदां दी प्रॉब्लम नज़र नहीं आई। मैं उम्मीद करदा कि जिमीदार नूं समय सिर उहदी खरीद, समय सिर उहदी पेमेंट और किसी गल दी जिहड़ी आ पंजाब सरकार वालों कमी नहीं आण दित्ती जाएगी। पूरे इत्थे प्रबंध ने, साडा सारा डिपार्टमेंट लगा होया, सारे आड़ती लगे हुए हैं, किसी किस्म की भी कोई दिक्कत नहीं है। किसानों के धरने के कारण ही आज तो शुरू हो रही है। देखो सर, किसानों के धरनिया की गल करिए तो मैं तो PM साहब नूं, मोदी साहब नूं ये भी बेनती करदा, जे उन्होंने किसानों की गल भी मन लई, चलो असीं यही गल मान लेने तो उन्होंने बिल भी वापस ले लेने चाहिए आ। जिहड़ी मेन गल है जिहदे करके किसान अज सड़कों पर बैठे आ, किसानों के धरनिया की गल कहिए, धरने उन्होंने जायज़ सी कल दे, क्योंकि जे समय बारिश आ जाती तो की हाल होना सी। ये जिमीदार की फसल चक्की जाती है, कला एक जिमीदार नहीं, उहदे नाल किन्ने लोग लेबर वाले, किन्ने दुकानदार, किन्ने आड़तीए, किन्ने एक जिमीदार अगर खुशहाल है तो किन्ने विंग उहदे नाल खुशहाल हुंदे ने। इस करके जिहड़ी रिवायत है कि समय सिर जिहड़ी फसल कांग्रेस राज के अंदर चक्की जाती है, वो भी बिल्कुल समय सिर चक्की जाएगी। अजीत वेब टीवी हुशियारपुर तो हरजाप सिंह की रिपोर्ट।